ਹੈਲੋ एवरीवन, इंग्लिश लर्निंग कोर्स के डे 31 में ਤੁਹਾਡਾ स्वागत है। ਅੱਜ ਅਸੀਂ पैसिव वॉइस चार्ट डिस्कस करांगे। ਅਸੀਂ ਪਹਿਲਾਂ ही सारे टेंसेस के चार्ट डिस्कस कर लए ਹਨ। ਹੁਣ ਅਸੀਂ एक एग्जाम्पल लैके ਅਸੀਂ इस चार्ट ਨੂੰ डिस्कस करांगे। जेकर ਤੁਹਾਨੂੰ ਇਹ चार्ट आ जाता है ਤਾਂ ਤੁਹਾਨੂੰ पैसिव कदे भी नहीं भुल्लणगे। सो जेकर ਤੁਹਾਨੂੰ ਇਹ वीडियो चंगी लगी तो लाइक शेयर सबसक्राइब जरूर कर देना। पैसिव वॉइस चार्ट वेखते हाँ। ਅਸੀਂ ਵੇਖਦੇ ਹਾਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਵਿੱਚ ਹੈਲਪਿੰਗ ਵਰਬ ਇਜ਼ ਐਮ ਆਰ ਹਨ ਅਤੇ ਇਸ ਨਾਲ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਆਬਜੈਕਟ ਲੱਗਦਾ ਹੈ। ਸੋ ਤੁਹਾਨੂੰ ਪਤਾ ਹੈ ਕਿ ਸਾਰੇ ਹੀ ਪੈਸਿਵ ਬਣਾਉਂਦੇ ਸਮੇਂ ਵਰਬ ਦੀ ਥਰਡ ਫਾਰਮ ਯੂਜ਼ ਹੁੰਦੀ ਹੈ। ਨੈਗੇਟਿਵ ਸੈਂਟੈਂਸਿਸ ਵਿੱਚ ਪ੍ਰੈਜ਼ੈਂਟ ਇੰਡੈਫੀਨਿਟ ਇਜ਼ ਐਮ ਆਰ ਨਾਲ ਨਾਟ ਦੀ ਵਰਤੋਂ ਕੀਤੀ ਜਾਂਦੀ ਹੈ ਪਲੱਸ ਵਰਬ ਦੀ ਥਰਡ ਫਾਰਮ ਬਾਏ ਪਲੱਸ ਆਬਜੈਕਟ। ਇੰਟੈਰੋਗੇਟਿਵ ਵਿੱਚ ਅਸੀਂ ਇਜ਼ ਐਮ ਆਰ ਨੂੰ ਸਭ ਤੋਂ ਪਹਿਲਾਂ ਲਿਖ ਲੈਂਦੇ ਹਾਂ ਪਲੱਸ ਸਬਜੈਕਟ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਪਲੱਸ ਬਾਏ ਨਾਲ ਆਬਜੈਕਟ ਦੱਸ ਦਿੰਦੇ ਹਾਂ। ਇਸੇ ਤਰ੍ਹਾਂ ਪਾਸਟ ਇੰਡੈਫੀਨਿਟ ਟੈਂਸ ਵਿੱਚ ਅਸੀਂ ਵਾਜ਼ ਜਾਂ ਵਰ ਹੈਲਪਿੰਗ ਵਰਬ ਯੂਜ਼ ਕਰਦੇ ਹਾਂ ਅਤੇ ਨੈਗੇਟਿਵ ਸੈਂਟੈਂਸਿਸ ਵਾਜ਼ ਵਰ ਨਾਲ ਨਾਟ ਦੀ ਵਰਤੋਂ ਕਰਦੇ ਹਾਂ ਪਲੱਸ ਵਰਬ ਦੀ ਥਰਡ ਫਾਰਮ। ਇੰਟੈਰੋਗੇਟਿਵ ਵਿੱਚ ਅਸੀਂ ਵਾਜ਼ ਵਰ ਨੂੰ ਸਭ ਤੋਂ ਪਹਿਲਾਂ ਲਿਖ ਲੈਂਦੇ ਹਾਂ। ਫਿਊਚਰ ਇੰਡੈਫੀਨੇਟ ਵਿੱਚ ਵਿਲ ਬੀ ਜਾਂ ਸ਼ੈਲ ਬੀ ਦੀ ਵਰਤੋਂ ਕੀਤੀ ਜਾਏਗੀ, ਉਸ ਤੋਂ ਬਾਅਦ ਵਰਬ ਦੀ ਥਰਡ ਫਾਰਮ ਵਰਤੀ ਜਾਏਗੀ। ਨੈਗੇਟਿਵ ਸੈਂਟੈਂਸਿਸ ਵਿੱਚ ਵਿਲ ਨਾਟ ਬੀ ਸ਼ੈਲ ਨਾਟ ਬੀ ਅਤੇ ਇੰਟੈਰੋਗੇਟਿਵ ਸੈਂਟੈਂਸ ਵਿੱਚ ਵਿਲ ਜਾਂ ਸ਼ੈਲ ਨੂੰ ਸਭ ਤੋਂ ਪਹਿਲਾਂ ਪਲੱਸ ਸਬਜੈਕਟ ਬੀ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਆਬਜੈਕਟ ਬਾਏ ਨਾਲ ਦੱਸਿਆ ਜਾਵੇਗਾ। ਇਸੇ ਤਰ੍ਹਾਂ ਕੰਟੀਨਿਊਸ ਟੈਂਸ ਵਿੱਚ ਪ੍ਰੈਜ਼ੈਂਟ ਕੰਟੀਨਿਊਸ ਹੋਵੇ ਤਾਂ ਅਸੀਂ ਇਜ਼ ਐਮ ਆਰ ਹੈਲਪਿੰਗ ਵਰਬ ਨਾਲ ਬੀਇੰਗ ਲਾਵਾਂਗੇ ਅਤੇ ਥਰਡ ਫਾਰਮ ਯੂਜ਼। ਪਾਸਟ ਕੰਟੀਨਿਊਸ ਟੈਂਸ ਵਿੱਚ ਅਸੀਂ ਵਾਜ਼ ਜਾਂ ਵਰ ਹੈਲਪਿੰਗ ਵਰਬ ਨਾਲ ਬੀਇੰਗ ਦੀ ਵਰਤੋਂ ਕਰਕੇ ਥਰਡ ਫਾਰਮ ਲਗਾਉਣੀ ਹੈ। ਤੁਹਾਨੂੰ ਪਤਾ ਹੈ ਕਿ ਕੰਟੀਨਿਊਸ ਫਿਊਚਰ ਕੰਟੀਨਿਊਸ ਦੇ ਪੈਸਿਵ ਨਹੀਂ ਬਣਦੇ ਹਨ। ਇਸੇ ਤਰ੍ਹਾਂ ਹੀ ਕੋਈ ਵੀ ਪਰਫੈਕਟ ਕੰਟੀਨਿਊਸ ਟੈਂਸ ਹੋਵੇ ਉਸ ਦੇ ਪੈਸਿਵ ਨਹੀਂ ਬਣਨਗੇ। ਸੋ ਅੱਗੇ ਵੇਖਦੇ ਹਾਂ। ਪ੍ਰੈਜ਼ੈਂਟ ਪਰਫੈਕਟ ਵਿੱਚ ਅਸੀਂ ਹੈਜ਼ ਬਿਨ ਪਲੱਸ ਵਰਬ ਦੀ ਥਰਡ ਫਾਰਮ ਯੂਜ਼ ਕਰਾਂਗੇ ਅਤੇ ਪਾਸਟ ਪਰਫੈਕਟ ਵਿੱਚ ਹੈਡ ਬਿਨ ਪਲੱਸ ਵਰਬ ਦੀ ਥਰਡ ਫਾਰਮ। ਇਸੇ ਤਰ੍ਹਾਂ ਫਿਊਚਰ ਵਿੱਚ ਵਿਲ ਹੈਵ ਬਿਨ ਸ਼ੈਲ ਹੈਵ ਬਿਨ ਯੂਜ਼ ਕਰਕੇ ਥਰਡ ਫਾਰਮ ਲਗਾਵਾਂ। ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਦੇ ਪੈਸਿਵ ਦੀ ਅਸੀਂ ਐਗਜ਼ਾਮਪਲ ਵੇਖਦੇ ਹਾਂ ਕਿਸ ਤਰ੍ਹਾਂ ਅਸੀਂ ਉਸ ਨੂੰ ਪੈਸਿਵ ਵੌਇਸ ਵਿੱਚ ਕਨਵਰਟ ਕਰਦੇ ਹਾਂ। ਸ਼ੀ ਪਲੱਕਸ ਦਾ ਫਲਾਵਰਸ, ਉਹ ਫੁੱਲ ਤੋੜਦੀ ਹੈ। ਸੋ ਪੈਸਿਵ ਵਿੱਚ ਫੁੱਲ ਉਸ ਦੁਆਰਾ ਤੋੜੇ ਜਾਂਦੇ ਹਨ। ਸੋ ਅਸੀਂ ਫਲਾਵਰਸ ਸਭ ਤੋਂ ਪਹਿਲਾਂ ਲਿਖ ਲੈਂਦੇ ਹਾਂ। ਇਜ਼ ਐਮ ਆਰ ਵਿੱਚੋਂ ਅਸੀਂ ਕਿਉਂਕਿ ਫਲਾਵਰਸ ਪਲੂਰਲ ਹੈ ਇਸ ਲਈ ਆਰ ਯੂਜ਼ ਕੀਤਾ ਹੈ ਪਲੱਸ ਪਲੱਕ ਤੋਂ ਅਸੀਂ ਪਲੱਕਡ ਥਰਡ ਫਾਰਮ ਯੂਜ਼ ਕੀਤੀ ਹੈ। ਅਤੇ ਇਸੇ ਤਰ੍ਹਾਂ ਸਬਜੈਕਟ ਸ਼ੀ ਜਦੋਂ ਸਾਡੇ ਕੋਲ ਹੈ ਤਾਂ ਅਸੀਂ ਹਰ ਉਸ ਨੂੰ ਆਬਜੈਕਟ ਵਿੱਚ ਬਦਲਦੇ ਸਮੇਂ ਬਾਏ ਹਰ ਲਿਖ ਲਿਆ ਹੈ। ਸੋ ਸ਼ੀ ਪਲੱਕਸ ਦਾ ਫਲਾਵਰਸ ਆਰ ਪਲੱਕਡ ਬਾਏ ਹਰ। ਇਸੇ ਤਰ੍ਹਾਂ ਸ਼ੀ ਡਜ਼ਨਟ ਪਲੱਕ ਦਾ ਫਲਾਵਰਸ ਆਰ ਨਾਟ ਪਲੱਕਡ ਬਾਏ ਹਰ। ਇਸੇ ਤਰ੍ਹਾਂ ਜੇਕਰ ਡਜ਼ ਸ਼ੀ ਪਲੱਕ ਦਾ ਫਲਾਵਰਸ, ਕੀ ਉਹ ਫੁੱਲ ਤੋੜਦੀ ਹੈ, ਕੀ ਫੁੱਲ ਉਸ ਦੁਆਰਾ ਤੋੜੇ ਜਾਂਦੇ ਹਨ। ਆਰ ਦਾ ਫਲਾਵਰਸ ਪਲੱਕਡ ਬਾਏ ਹਰ। ਸੋ ਇੱਥੇ ਅਸੀਂ ਇਜ਼ ਐਮ ਆਰ ਨੂੰ ਬਾਹਰ ਲਿਖਦੇ ਹਾਂ। ਡੂ ਡਜ਼ ਇਹਦੇ ਵਿੱਚ ਨਹੀਂ ਵਰਤਿਆ ਜਾਂਦਾ ਕਿਉਂਕਿ ਹੈਲਪਿੰਗ ਵਰਬ ਹੁਣ ਇਜ਼ ਐਮ ਆਰ ਹਨ। ਵੈਨ ਡਜ਼ ਸ਼ੀ ਪਲੱਕ ਦਾ ਫਲਾਵਰਸ, ਉਹ ਫੁੱਲ ਕਦੋਂ ਤੋੜਦੀ ਹੈ। ਵੈਨ ਆਰ ਦਾ ਫਲਾਵਰਸ ਪਲੱਕਡ ਬਾਏ ਹਰ, ਫੁੱਲ ਉਸ ਦੁਆਰਾ ਕਦੋਂ ਤੋੜੇ ਜਾਂਦੇ ਹਨ। ਸੋ ਅੱਗੇ ਅਸੀਂ ਪਾਸਟ ਇੰਡੈਫੀਨੇਟ ਦੇ ਪੈਸੇ ਵੇਖਦੇ ਹਾਂ ਜਿਸ ਵਿੱਚ ਵਾਜ਼ ਜਾਂ ਵਰ ਹੈਲਪਿੰਗ ਵਰਬ ਹਨ ਅਤੇ ਥਰਡ ਫਾਰਮ ਲਗਾ ਕੇ ਅਸੀਂ ਬਾਏ ਫੇਜ਼ ਲਗਾਉਂਦੇ ਹਾਂ। ਆਈ ਸੌ ਏ ਸਨੇਕ, ਆਈ ਡਿਡੰਟ ਸੀ ਅ ਸਨੇਕ ਕਿਉਂਕਿ ਡਿਡ ਤੋਂ ਬਾਅਦ ਫਸਟ ਫਾਰਮ ਹੋ ਜਾਂਦੀ ਹੈ। ਆਈ ਸੌ ਏ ਸਨੇਕ, ਆਈ ਡਿਡੰਟ ਸੀ ਅ ਸਨੇਕ, ਡਿਡ ਆਈ ਸੀ ਅ ਸਨੇਕ। ਸੋ ਅਸੀਂ ਸਿਰਫ ਐਕਟਿਵ ਵੌਇਸ ਵਿੱਚ ਸਿਰਫ ਇੱਕ ਹੀ ਸੈਂਟੈਂਸ ਲਿਖਿਆ ਹੈ, ਉਸ ਤੋਂ ਅਸੀਂ ਸਾਰੇ ਹੀ ਪੈਸਿਵ ਸੈਂਟੈਂਸ ਬਣਾਉਂਦੇ ਹਾਂ ਇੰਟੈਰੋਗੇਟਿਵ, ਨੈਗੇਟਿਵ ਐਂਡ ਅਫਰਮੇਟਿਵ। ਸੋ ਸਭ ਤੋਂ ਪਹਿਲਾਂ ਅਫਰਮੇਟਿਵ ਬਣਾਉਂਦੇ ਹਾਂ। ਅ ਸਨੇਕ ਅਸੀਂ ਪਹਿਲੋਂ ਲਿਆਂਦਾ ਕਿਉਂਕਿ ਇਸ ਵਿੱਚ ਹੈਲਪਿੰਗ ਵਰਬ ਵਾਜ਼ ਵਰ ਹਨ, ਇਸ ਲਈ ਇੱਕ ਸਿੰਗੂਲਰ ਸਨੇਕ ਹੈ, ਇੱਕ ਸਨੇਕ ਹੈ, ਇਸ ਲਈ ਅਸੀਂ ਵਾਜ਼ ਦੀ ਵਰਤੋਂ ਕੀਤੀ ਹੈ। ਅ ਸਨੇਕ ਵਾਜ਼ ਸੀਨ ਬਾਏ ਥਰਡ ਫਾਰਮ ਸੀ ਸੌ ਸੀਨ। ਸੋ ਥਰਡ ਫਾਰਮ ਸੀਨ ਇਜ਼ ਯੂਜ਼ਡ। ਉਸ ਤੋਂ ਬਾਅਦ ਬਾਏ ਫੇਜ਼ ਆਏ ਤੋਂ ਕੀ ਬਣ ਗਿਆ ਮੀ, ਕਿਉਂਕਿ ਸਬਜੈਕਟ ਨੂੰ ਆਬਜੈਕਟ ਕਨਵਰਟ ਕਰਦੇ ਸਮੇਂ ਆਏ ਤੋਂ ਮੀ ਬਣਦਾ ਹੈ।
इसी तरह नैगेटिव सेंटेंस अ स्नेक वॉज नॉट सीन बाय मी, वॉज अ स्नेक सीन बाय मी, वैन वॉज अ स्नेक सीन बाय मी। इन्हां तिन्हां दे ए स्नेक वॉज नॉट सीन बाय मी, इस दा वॉज अ स्नेक सीन बाय मी, इस दा अते वैन वॉज अ स्नेक सीन बाय मी, इस दे तुसीं एक्टिव वॉइस बनानी है। नैक्सट वेखते हाँ, हुण असीं फ्यूचर इंडेफिनिट टेंस डिस्कस करते हाँ। इस विच विल बी शैल बी प्लस थर्ड फॉर्म लगेगी। जिवें सिंपल फ्यूचर विच असीं टेंसिस विच कीता सी आई शैल फ्लाई अ काइट, आई शैल फ्लाई द काइट। सो मैं पतंग उड़ावांगा, पतंग मेरे द्वारा उड़ाई जाएगी। सो उत्थे असीं काइट नूं सब तो पहलों लिख लिया है द काइट विल बी, क्योंकि विल शैल लगता है इस विच, इसलिए इस तो बाद थर्ड फॉर्म। सो फ्लाई दी थर्ड फॉर्म फ्लाई, फ्लू, फ्लोन, थर्ड फॉर्म फ्लोन इज़ यूज्ड। अगे आए तो की बन गया मी, क्योंकि पिछे भी असीं वेख्या है सबजैक्ट आए तो मी बन जाता है जदों असीं उसनूं पैसिव विच कन्वर्ट करते हैं। सो इस तरह द काइट विल नॉट बी फ्लोन बाय मी, विल द काइट फ्लोन बाय मी। वी आर प्लेइंग क्रिकेट, असीं क्रिकेट खेड रहे हाँ, क्रिकेट साडे द्वारा खेडी जा रही है, इसलिए असीं क्रिकेट नूं पैसिव विच सब तो पहलों लिख लिया इज़ बीइंग, क्योंकि क्रिकेट सिंगुलर नाउन है इसलिए असीं इज़ दी वरतों कीती है। इज़ एम आर विचों इज़ इत्थे लगा है। बीइंग क्योंकि लगना ही लगना है। क्रिकेट इज़ बीइंग प्ले दी थर्ड फॉर्म प्लेड, बीइंग प्लेड बाय वी तो अस, क्योंकि असीं जदों सबजैक्ट नूं वी तो ऑबजैक्ट विच कन्वर्ट करते हाँ तो बाय नाल अस लगाउंदे हाँ। क्रिकेट इज़ नॉट बीइंग प्लेड बाय अस, इज़ क्रिकेट बीइंग प्लेड बाय अस, वाई इज़ क्रिकेट बीइंग प्लेड बाय अस, क्रिकेट साडे द्वारा क्यों खेडी जा रही है। सो अगे असीं वेखते हाँ पास्ट कंटीन्यूस टेंस दा पैसिव, इस विच वॉज वर बीइंग प्लस थर्ड फॉर्म लगेगी। सो बीइंग लगेगा ही लगेगा, उस तो बाद थर्ड फॉर्म लगेगी। अगे असीं एग्जाम्पल वेखते हाँ ही वॉज वॉचिंग अ मूवी। सो अ मूवी असी सब तो पहलों ले आंदा, क्योंकि सिंगुलर है इसलिए उत्थे भी वॉज की वरतों होएगी। अ मूवी वॉज बीइंग वॉच्ड, बीइंग ला के थर्ड फॉर्म बाय हिम, सो ही तो बाय हिम। अ मूवी वॉज नॉट बीइंग वॉच्ड बाय हिम, वॉज अ मूवी बीइंग वॉच्ड बाय हिम, वैन वॉज अ मूवी बीइंग वॉच्ड बाय हिम। सो तुसीं इन्हां तिन्हां दे एक्टिव बनाने हैं। अगे वेखते हाँ, क्योंकि फ्यूचर कंटीन्यूस दे पैसिव नहीं होंदे, इसलिए असीं अगे असीं करते हाँ परफेक्ट टेंस प्रेजेंट परफेक्ट। इस विच हैज़ हैव नाल असीं बिन की वरतों करते हैं, हैज़ बिन जां हैव बिन प्लस वर्ब की थर्ड फॉर्म प्लस बाय प्लस ऑबजैक्ट। एग्जाम्पल्स वेखते हाँ आई हैव फिनिश्ड माई वर्क। सो माई वर्क ਦੇ ਅਕੋਰਡਿੰਗ ਇਹਦੇ ਹਿਸਾਬ ਨਾਲ ਅਸੀਂ ਹੈਜ਼ ਲਗਾ ਲਿਆ, ਕਿਉਂਕਿ ਮਾਈ ਵਰਕ ਸਿੰਗੂਲਰ ਹੈ ਇਸ ਲਈ ਅਸੀਂ ਹੈਜ਼ ਦੀ ਵਰਤੋਂ ਕੀਤੀ ਹੈ। ਮਾਈ ਵਰਕ ਹੈਜ਼ ਬੀਨ ਫਿਨਿਸ਼ਡ ਬਾय ਮੀ, ਸੋ ਉਸ ਤੋਂ ਬਾਅਦ ਫਿਨਿਸ਼ਡ ਥਰਡ ਫॉर्म ਆਏ ਤੋਂ ਬਾय ਮੀ। ਇਸੇ ਤਰ੍ਹਾਂ ਨੈਗੇਟਿਵ ਸੈਂਟੈਂਸ ਮਾਈ ਵਰਕ ਹੈਜ਼ ਨਾਟ ਬੀਨ ਫਿਨਿਸ਼ਡ ਬਾय ਮੀ, हैज़ माई वर्क बिन फिनिश्ड बाय मी, हाउ हैज़ माई वर्क बिन फिनिश्ड बाय मी। सो तुसीं इन्हां तिन्हां सेंटेंसिस दे खुद एक्टिव सेंटेंस बनाने हैं ਅਤੇ ਕਮੈਂਟ ਬਾਕਸ ਵਿੱਚ ਭੇਜਣੇ ਹਨ। ਅੱਗੇ ਅਸੀਂ ਵੇਖਦੇ ਹਾਂ ਪਾਸਟ ਪਰਫੈਕਟ ਟੈਂਸ ਦੇ ਪੈਸਿਵ। ਸੋ ਇਸ ਵਿੱਚ ਹੈਡ ਬਿਨ ਪਲੱਸ ਥਰਡ ਫॉर्म ਹੋ ਜਾਂਦੀ ਹੈ। ਸੋ ਹੈਡ ਪਹਿਲੋਂ ਹੀ ਐਕਟਿਵ ਸੈਂਟੈਂਸ ਵਿੱਚ ਟੈਂਸਿਸ ਵਿੱਚ ਹੁੰਦਾ ਹੈ, ਹੁਣ ਅਸੀਂ ਹੈਡ ਨਾਲ ਬਿਨ ਦੀ ਵਰਤੋਂ ਕਰਾਂਗੇ ਅਤੇ ਥਰਡ ਫॉर्म ਲਗਾ ਦੇਵਾਂਗੇ। ਵੇਖਦੇ ਹਾਂ ਐਗਜ਼ਾਮਪਲ ਯੂ ਹੈਡ ਲੌਕਡ ਦਾ ਡੋਰ, ਤੁਸੀਂ ਦਰਵਾਜ਼ਾ ਲੌਕ ਕਰ ਚੁੱਕੇ ਸੀ, ਦਰਵਾਜ਼ਾ ਤੁਹਾਡੇ ਦੁਆਰਾ ਲੌਕ ਕੀਤਾ ਜਾ ਚੁੱਕਾ ਸੀ। ਸੋ ਦਾ ਡੋਰ ਹੈਡ ਬਿਨ ਲੌਕਡ ਬਾਏ ਯੂ। ਸੋ ਦਾ ਡੋਰ ਨੂੰ ਅਸੀਂ ਸਭ ਤੋਂ ਪਹਿਲੋਂ ਲਿਆਂਦਾ, ਉਸ ਤੋਂ ਬਾਅਦ ਹੈਡ ਦੇ ਨਾਲ ਬਿਨ ਦੀ ਵਰਤੋਂ ਹੋਏਗੀ ਅਤੇ ਵਰਬ ਦੀ ਥਰਡ ਫॉर्म ਲੌਕਡ ਇਸੇ ਤਰ੍ਹਾਂ ਹੀ ਆ ਜਾਵੇਗੀ, ਯੂ ਤੋਂ ਬਾਏ ਯੂ ਹੀ ਰਹੇਗਾ। ਸੋ ਬਾਕੀ ਦੇ ਤਿੰਨ ਨੂੰ ਤੁਸੀਂ ਐਕਟਿਵ ਸੈਂਟੈਂਸ ਵਿੱਚ ਕਨਵਰਟ ਕਰਨਾ ਹੈ। ਹੁਣ ਅਸੀਂ ਫਿਊਚਰ ਪਰਫੈਕਟ ਦੇ ਪੈਸਿਵ ਵੇਖਦੇ ਹਾਂ।
ਇਸ ਵਿੱਚ ਵਿਲ ਹੈਵ ਬਿਨ, ਸ਼ੈਲ ਹੈਵ ਬਿਨ ਅਤੇ ਵਰਬ ਦੀ ਥਰਡ ਫਾਰਮ ਯੂਜ਼ ਹੋਏਗੀ। ਸੋ ਵੇਖਦੇ ਹਾਂ। ਰਾਜੂ ਵਿਲ ਹੈਵ ਪਨਿਸ਼ਡ ਦਾ ਚਾਈਲਡ। ਸੋ ਦਾ ਚਾਈਲਡ ਸਭ ਤੋਂ ਪਹਿਲੋਂ ਆ ਜਾਏਗਾ। ਵਿਲ ਹੈਵ ਦੇ ਨਾਲ ਹੁਣ ਬਿਨ ਲੱਗ ਜਾਏਗਾ ਅਤੇ ਬਿਨ ਲਗਾ ਕੇ ਥਰਡ ਫਾਰਮ ਪਨਿਸ਼ਡ ਉਸੇ ਤਰ੍ਹਾਂ ਹੀ ਆ ਜਾਵੇਗੀ। ਸੋ ਦਾ ਚਾਈਲਡ ਵਿਲ ਹੈਵ ਬਿਨ ਪਨਿਸ਼ਡ ਬਾਏ ਰਾਜੂ। ਜੇਕਰ ਨਾਮ ਹੋਵੇ ਤਾਂ ਅਸੀਂ ਉਸ ਨੂੰ ਬਾਏ ਨਾਲ ਵੀ ਨਾਮ ਅੱਗੇ ਲਿਖ ਦਿੰਦੇ ਹਾਂ। ਇਸੇ ਤਰ੍ਹਾਂ ਨੈਗੇਟਿਵ ਸੈਂਟੈਂਸ ਦਾ ਚਾਈਲਡ ਵਿਲ ਨਾਟ ਹੈਵ, ਵਿਲ ਦੇ ਨਾਲ ਹੀ ਅਸੀਂ ਨਾਟ ਦੀ ਵਰਤੋਂ ਕਰਨੀ ਹੈ। ਦਾ ਚਾਈਲਡ ਵਿਲ ਨਾਟ ਹੈਵ ਬਿਨ ਪਨਿਸ਼ਡ ਬਾਏ ਰਾਜੂ। ਵਿਲ ਦਾ ਚਾਈਲਡ ਹੈਵ ਬਿਨ ਪਨਿਸ਼ਡ ਬਾਏ ਰਾਜੂ। ਵਾਈ ਵਿਲ ਦਾ ਚਾਈਲਡ ਹੈਵ ਬਿਨ ਪਨਿਸ਼ਡ ਬਾਏ ਰਾਜੂ। ਸੋ ਇਹਨਾਂ ਤਿੰਨਾਂ ਦੇ ਤੁਸੀਂ ਐਕਟਿਵ ਸੈਂਟੈਂਸ ਬਣਾਉਣੇ ਹਨ ਅਤੇ ਕਮੈਂਟ ਬਾਕਸ ਵਿੱਚ ਭੇਜਣੇ ਹਨ। ਪਰਫੈਕਟ ਕੰਟੀਨਿਊਸ ਚਾਹੇ ਉਹ ਪ੍ਰੈਜ਼ੈਂਟ ਹੈ ਜਾਂ ਪਾਸਟ ਹੈ ਜਾਂ ਫਿਊਚਰ ਹੈ, ਇਹਨਾਂ ਦੇ ਪੈਸਿਵ ਨਹੀਂ ਬਣਦੇ ਹਨ।